सब तो पहले ਤੁਹਾਨੂੰ ਆਈਡੀ ਪਾਸਵਰਡ ਦਿੱਤਾ ਜਾਏਗਾ। ਠੀਕ ਹੈ। ਉਹਦੇ ਨਾਲ ਤੁਸੀਂ ਤੁਹਾਨੂੰ ਵੈਬਸਾਈਟ ਦਾ ਲਿੰਕ ਭੇਜਿਆ ਜਾਏਗਾ, ਉਹਦੇ ਤੇ ਲੌਗਇਨ ਕਰਨਾ ਹੈ। ਫਿਰ ਤੁਹਾਨੂੰ ਇਹਦਾ ਟ੍ਰਾਂਸਕ੍ਰਾਈਬ ਸ਼ੋ ਹੋਏਗਾ, ਇਹਦੇ ਤੇ ਕਲਿੱਕ ਕਰਨਾ ਹੈ। ਫਿਰ ਤੁਹਾਨੂੰ ਫਾਈਲ ਜਾਂ ਤਾਂ ਨਿਊ ਫਾਈਲ ਜਾਂ ਡਰਾਫਟ ਦੇ ਵਿੱਚ ਕਿਤੇ ਵੀ ਇਹ ਫਾਈਲ ਹੋਊਗੀ ਤੁਹਾਡੀ। ਠੀਕ ਹੈ। ਹੁਣ ਜਿਵੇਂ ਇਹ 'ਚ ਨਿਊ ਫਾਈਲ 'ਚ ਹੈ, ਫਿਰ ਤੁਸੀਂ ਇਹ ਪੈਨ ਤੇ ਕਲਿੱਕ ਕਰਨਾ ਹੈ। ਠੀਕ ਹੈ। ਫਿਰ ਤੁਹਾਡਾ ਵਰਕ ਸਪੇਸ ਓਪਨ ਹੋ ਜਾਏਗਾ ਜਿਹਦੇ 'ਚ ਤੁਸੀਂ ਕੰਮ ਕਰਨਾ ਹੈ। ਫਿਰ ਜਿਵੇਂ ਪਹਿਲਾਂ ਆਪਾਂ ਸਪੀਕਰ ਦੇਖਾਂਗੇ। ਸਪੀਕਰ ਦਾ ਵੀ ਤੁਸੀਂ ਨਾਲ ਨਾਲ ਧਿਆਨ ਰੱਖਣਾ ਕਿ ਸਹੀ ਹੋਵੇ। ਜੋ ਸਭ ਤੋਂ ਪਹਿਲੀ ਵੌਇਸ ਹੋਊਗੀ ਉਹਨੂੰ ਆਪਾਂ ਸਪੀਕਰ 1 ਰੱਖਣਾ ਵਾ, ਤੇ ਜਿਹੜੀ ਉਸ ਤੋਂ ਇਲਾਵਾ ਦੂਸਰੀ ਵੌਇਸ ਆਊਗੀ ਉਹਨੂੰ ਆਪਾਂ ਸਪੀਕਰ 2 ਰੱਖਣਾ ਵਾ। ਠੀਕ ਹੈ। ਇਹਦੇ ਲਈ ਤੁਹਾਡੇ ਕੋਲ ਗੂਗਲ ਇਨਪੁਟ ਟੂਲਸ ਤੁਸੀਂ ਇੰਸਟਾਲ ਕਰਨਾ ਹੈ। ਠੀਕ ਹੈ। ਉਹਦੇ 'ਚ ਆਪਾਂ ਪੰਜਾਬੀ ਸਿਲੈਕਟ ਕਰ ਲਾਂਗੇ। ਉਹਦੇ ਲਈ ਤੁਸੀਂ ਕੀ ਹੈ, ਗੂਗਲ ਇਨਪੁਟ ਟੂਲਸ ਗੂਗਲ ਤੇ ਜਾ ਕੇ ਗੂਗਲ ਇਨਪੁਟ ਟੂਲਸ 'ਚ ਜਾਣਾ ਹੈ, ਪੰਜਾਬੀ ਨਾਲ ਭਾਵੇਂ ਲਿਖ ਲਿਓ। ਠੀਕ ਹੈ। ਇਹ ਵਾਲਾ ਨਹੀਂ, ਗੂਗਲ ਇਨਪੁਟ ਟੂਲਸ ਲਿਖਿਓ, ਫਿਰ ਆ ਜਾਊਗਾ ਤੁਹਾਡੇ ਕੋਲ। ਠੀਕ ਹੈ। ਉਹਨੇ ਤੇ ਕਲਿੱਕ ਕਰਨਾ ਹੈ। ਫਿਰ ਟਰਾਈ ਇਟ ਆਊਟ ਔਨ ਕ੍ਰੋਮ ਤੇ ਕਲਿੱਕ ਕਰਨਾ ਤੁਸੀਂ। ਠੀਕ ਹੈ। ਕ੍ਰੋਮ ਦੇ ਵਿੱਚ ਹੀ ਕੰਮ ਹੋਏਗਾ ਇਹ ਵਾਲਾ। ਔਨ ਕ੍ਰੋਮ ਤੇ ਕਲਿੱਕ ਕਰਕੇ ਡਾਊਨਲੋਡ ਕ੍ਰੋਮ ਐਕਸਟੈਂਸ਼ਨ, ਫਿਰ ਕੀ ਹੈਗਾ, ਗੂਗਲ ਇਨਪੁਟ ਟੂਲ ਤੁਹਾਡੇ ਡਾਊਨਲੋਡ ਹੋ ਜੂਗਾ। ਠੀਕ ਹੈ। ਹੁਣ ਜਿਵੇਂ ਮੇਰੇ ਐਡ ਹੋ ਗਿਆ। ਠੀਕ ਹੈ। ਗੂਗਲ ਇਨਪੁਟ ਟੂਲਸ ਐਕਸਟੈਂਸ਼ਨ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਇੱਥੇ ਕਲਿੱਕ ਕਰਕੇ ਤੁਸੀਂ ਗੂਗਲ ਇਨਪੁਟ ਟੂਲਸ ਤੇ ਜਾਓਗੇ, ਇੱਥੇ ਆ ਜਾਊਗਾ ਗੂਗਲ ਇਨਪੁਟ ਟੂਲਸ। ਉਹਦੇ ਤੇ ਕਲਿੱਕ ਕਰੋਗੇ, ਐਕਸਟੈਂਸ਼ਨ ਆਪਸ਼ਨਸ ਤੇ ਜਾਓਗੇ ਤਾਂ ਇਦਾਂ ਆ ਜਾਏਗਾ। ਇਹਦੇ ਚ ਮੈਂ ਆਲਰੇਡੀ ਜਿਵੇਂ ਸਿਲੈਕਟ ਕੀਤਾ ਹੋਇਆ, ਪਰ ਤੁਸੀਂ ਰਾਈਟ ਸਾਈਡ ਤੇ ਤੁਹਾਡੀ ਲੈਂਗੁਏਜ ਆਣੀ ਚਾਹੀਦੀ ਹੈ ਜਿਹੜੀ ਤੁਸੀਂ ਯੂਜ਼ ਕਰਨੀ ਹੈ। ਜਿਵੇਂ ਇਹਦੇ ਤੁਸੀਂ ਨੀਚੇ ਜਾ ਕੇ ਪੰਜਾਬੀ ਵਾਲਾ ਕੱਢੋਗੇ, ਪਰ ਪੰਜਾਬੀ ਵਾਲਾ ਕਿਹੜਾ, ਜਿੱਥੇ ਐਡਾ ਲਿਖਿਆ ਹੋਊਗਾ। ਇਹ ਕੀ ਹੈ, ਤੁਸੀਂ ਇੰਗਲਿਸ਼ ਹੀ ਟਾਈਪ ਕਰੋਗੇ ਜਿਵੇਂ ਆਪਾਂ ਟਾਈਪ ਕਰਦੇ ਹਾਂ WhatsApp ਤੇ ਚੈਟਿੰਗ ਲਈ, ਤੇ ਉਹ ਆਪਣੇ ਆਪ ਪੰਜਾਬੀ ਚ ਕਨਵਰਟ ਹੁੰਦਾ ਜਾਂਦਾ ਵਾ। ਇਹ ਵਾਲੀ ਐਕਸਟੈਂਸ਼ਨ ਕਲਿੱਕ ਕਰੋਗੇ, ਉਹ ਰਾਈਟ ਸਾਈਡ ਆ ਜਾਊਗੀ। ਠੀਕ ਹੈ। ਮਤਲਬ ਉਹ ਫਿਰ ਐਕਸਟੈਂਸ਼ਨ ਆ ਗਈ ਤੁਹਾਡੇ। ਫਿਰ ਤੁਸੀਂ ਇਹ ਜਿਹੜਾ ਏਦਾਂ ਬਣਿਆ ਹੁੰਦਾ ਪਜ਼ਲ ਟਾਈਪ, ਉਹਦੇ ਤੇ ਕਲਿੱਕ ਕਰਕੇ ਇਨਪੁਟ ਟੂਲਸ ਤੇ ਜਾਓਗੇ, ਫਿਰ ਤੁਹਾਨੂੰ ਲੈਂਗੁਏਜਸ ਆ ਜਾਣਗੀਆਂ। ਫਿਰ ਤੁਸੀਂ ਉਹਦੇ ਤੇ ਟਿਕ ਮਾਰਕ ਕਰ ਦੋਗੇ। ਮੇਰੇ ਆਲਰੇਡੀ ਹੋਇਆ ਜਿਵੇਂ ਏਦਾਂ, ਤੁਹਾਡੇ ਏਦਾਂ ਆਊਗਾ, ਪੰਜਾਬੀ ਲਿਖਿਆ ਆਊਗਾ ਸਿਰਫ, ਉਹਦੇ ਤੁਸੀਂ ਕਲਿੱਕ ਕਰੋਗੇ ਤਾਂ ਆ ਟਿਕ ਮਾਰਕ ਆਉਣਾ ਚਾਹੀਦਾ। ਜਦੋਂ ਟਿਕ ਮਾਰਕ ਆ ਗਿਆ, ਫਿਰ ਤੁਸੀਂ ਜਦੋਂ ਇਹ ਚ ਲਿਖੋਗੇ ਕੁਝ ਵੀ, ਤਾਂ ਉਹ ਨਾਲ ਤੁਹਾਨੂੰ ਆਪਸ਼ਨਸ ਆ ਜਾਣਗੇ। ਉਹਦੇ ਨਾਲ ਕੀ ਹੈ, ਤੁਸੀਂ ਪੰਜਾਬੀ ਚ ਈਜ਼ੀਲੀ ਲਿਖ ਸਕਦੇ ਹੋ। ਪਰ ਇਹ ਹੈ ਜਿਵੇਂ ਕੁਝ ਵਰਡਸ ਹੋਣਗੇ ਜੋ ਤੁਸੀਂ ਇੰਗਲਿਸ਼ 'ਚ ਹੋਰ ਤਰੀਕੇ ਨਾਲ ਲਿਖੋਗੇ, ਜਿਵੇਂ ਉਹਦਾ ਆਪਾਂ ਇਨਫੋਰਮੇਸ਼ਨ ਏਦਾਂ ਲਿਖਦੇ ਆ ਹਨਾ, ਪਰ ਉਹਦੇ ਨਾਲ ਪੰਜਾਬੀ 'ਚ ਇਨਫੋਰਮੇਸ਼ਨ ਸਹੀ ਨਹੀਂ ਆ ਰਿਹਾ। ਇਨਫੋਰ, ਫਿਰ ਆਪਾਂ ਮੇਸ਼ਨ ਕਿਵੇਂ ਲਿਖਾਂਗੇ, MASHION, ਮੇਸ਼ਨ। ਜਦੋਂ ਆਪਾਂ ਹੁਣ ਇੰਗਲਿਸ਼ ਨੂੰ ਵੀ ਉਸ ਤਰੀਕੇ ਨਾਲ ਮੋਲਡ ਕਰ ਲੈਣਾ ਵਾ ਕਿ ਆਪਣਾ ਪੰਜਾਬੀ 'ਚ ਉਹ ਵਾਲਾ ਵਰਡ ਸਹੀ ਹੈ, ਜਿਵੇਂ ਹੁਣ ਇਨਫੋਰਮੇਸ਼ਨ ਸਹੀ ਆ ਗਿਆ। ਇਹ ਮੈਂ ਸਿਰਫ ਰੈਫਰੈਂਸ ਦੇ ਰਹੀ ਹਾਂ, ਵੈਸੇ ਆਪਾਂ ਇੰਗਲਿਸ਼ ਵਰਡਸ ਇੰਗਲਿਸ਼ 'ਚ ਹੀ ਲਿਖਣਾ। ਹੁਣ ਆਪਾਂ ਰੂਲਸ ਤੇ ਆਨੇ ਆ, ਪੰਜਾਬੀ 'ਚ ਟਾਈਪ ਕਿਵੇਂ ਕਰਨਾ ਉਹ ਤੁਹਾਨੂੰ ਇੱਥੋਂ ਸਮਝ ਆ ਗਿਆ। ਠੀਕ ਹੈ। ਹੁਣ ਗੱਲ ਕਰਦੇ ਆ ਰੂਲਸ ਦੀ। ਤੁਹਾਡਾ ਵਰਕ ਸਪੇਸ ਓਪਨ ਹੋ ਗਿਆ। ਉਸ ਤੋਂ ਬਾਅਦ ਹਾਂਜੀ, ਉਸ ਤੋਂ ਬਾਅਦ ਆਪਾਂ ਪਹਿਲਾਂ ਸੈਕਿੰਡਸ ਚਲੇ ਨੇ, ਸੈਗਮੈਂਟੇਸ਼ਨ। ਹੁਣ ਜਿਵੇਂ ਫਸਟ ਵਿੱਚ ਆ ਗਏ ਆਪਾਂ, ਹੁਣ ਇਹਦੀ ਸ਼ਾਰਟਕਟ ਕੀ ਕੀ ਹੈ, ਪਹਿਲਾਂ ਪਲੇ ਪੌਜ਼ ਲਈ ਸ਼ਿਫਟ ਤੇ F2 ਦਬਣਾ, ਸ਼ਿਫਟ ਪ੍ਰੈਸ ਕਰਕੇ F2, ਉਹਦੇ ਨਾਲ ਤੁਸੀਂ ਪੌਜ਼ ਵੀ ਕਰ ਸਕਦੇ ਹੋ, ਪਲੇ ਵੀ ਕਰ ਸਕਦੇ ਹੋ।
जे कुछ नहीं समझ आंदा वो ਆਪਾਂ डबल पैरेंथेसिस ਲਾਵਾਂਗੇ। ठीक है। फिर नेक्स्ट सेगमेंट 'ਚ ਕਿਵੇਂ ਜਾਣਾ ਆਪਾਂ? डबल पैरेंथेसिस ਨਾਲ भी फुल स्टॉप लगेगा। शिफ्ट दब के डाउन एरो दबांगे ਤਾਂ नेक्स्ट सेगमेंट चलेगी। फिर शिफ्ट F2 ਨਾਲ प्ले करांगे। एक मिनट। एक ਇਹ ਕੰਮ ਲਈ ਆਪਾਂ ਨੂੰ ब्लूटूथ हेडफोन्स ਦੀ ਜਾਂ ਕੋਈ ਵੀ ਹੈਡਫੋਨਸ ਚੱਲਣਗੇ ਉਹਦੀ ਜ਼ਰੂਰਤ ਪਏਗੀ। बिना हेडफोन्स तो प्लीज ਤੁਸੀਂ ਕੰਮ ਨਾ ਕਰਨਾ ਕਿਉਂਕਿ ਫਿਰ ਕਲੀਅਰਲੀ ਸੁਣਦਾ ਨਹੀਂ ਹੈ। ਕਈ ਵਾਰ ਵੌਇਸ ਲੋ ਹੁੰਦੀ ਹੈ। फिर नहीं तो ट्रांसक्रिप्शन दोबारा करनी पै सकती है। एक मिनट मैं ब्लूटूथ कनेक्ट कर लूँ। हाँ जी। ਤੇ ਜੇ ਜਿਵੇਂ ਇਹ ਚ ਵੌਇਸ ਤਾਂ ਇੱਕ ਆਪਸ਼ਨ ਤਾਂ ਹੁੰਦਾ ਆਪਣੇ ਕੰਪਿਊਟਰ ਦੀ ਵੌਇਸ। ਠੀਕ ਹੈ। ਇੱਕ ਆਪਸ਼ਨ ਹੁੰਦਾ ਆਪਣੇ ਕੋਲ ਇੱਥੇ ਵੀ ਇਹਦੇ ਤੇ ਕਲਿੱਕ ਕਰਕੇ ਵੀ ਤੁਸੀਂ ਇਹਨੂੰ ਫੁੱਲ ਕਰ ਸਕਦੇ ਹੋ। ਫਿਰ ਆਵਾਜ਼ ਉੱਚੀ ਹੋ ਜਾਂਦੀ ਹੈ। ਹੁਣ ਇਹ ਚ ਉਹਨਾਂ ਨੇ ਬੋਲਿਆ ਉਹਦੀ ਮਾਂ ਪੁੱਛਣ ਆਈ ਹੋ। ਸੋ ਆਪਾਂ ਟਾਈਪ ਕਰ ਦੇਣਾ ਪੁੱਛਣ ਆਈ ਹੋਊਗੀ ਛੋਟੀ ਦੀ। ਦੁਬਾਰਾ ਸੁਣਨ ਲਈ ਪਿੱਛੇ ਕਰ ਲਾਂਗੇ ਕਿ ਇਹਨੂੰ ਮਾਰਿਆ ਕਾਤੋਂ ਹੈ। ਨੇ ਉਸਨੇ ਕੁੱਟ ਦਿੱਤਾ। ਜੋ ਆਪਾਂ ਸੁਣਿਆ ਉਹ ਆਪਾਂ ਲਿਖਤਾ। ਠੀਕ ਹੈ। जो नहीं समझ आया डबल पैरेंथेसिस विचकार दूसरे स्पीकर की वॉइस आई सी तो आप 1 प्रेस करके ओवरलैप लगा देंगे नाल की दूसरी आवाज आई। इदा ही हले मैं सेगमेंट कंप्लीट नहीं की बाकी जो बोलिया उन्होंने वो आप लिख देना। ठीक है। सो इदा इदा ही बस सुन सुन के टाइप करना है। ठीक है। बाकी रूल्स की ने मैं पहला बटन का दसदा। जो आप 1 प्रेस करांगे ਉਦੋਂ ਇਹ ਛੋਟੇ ਜਿਹੜੇ ਟੈਗਸ ਨੇ ਉਹ ਆਣਗੇ। ਜਿਵੇਂ ਪਿੱਛੇ ਕੋਈ ਹੋਰ ਬੈਕਗ੍ਰਾਉਂਡ 'ਚ ਵੌਇਸ ਆ ਰਹੀ ਹੋਈ ਜਿਵੇਂ ਮੈਂ ਬੋਲ ਰਹੀ ਹਾਂ ਤਾਂ ਸਮਝੋ ਪਿੱਛੋਂ ਪੱਖੇ ਦੀ ਜਾਂ ਕਿਸੇ ਜਾਨਵਰ ਦੀ ਤਾਂ ਨਹੀਂ ਪੱਖੇ ਦੀ ਜਾਂ ਕੋਈ ਵੀ ਬੈਕਗ੍ਰਾਉਂਡ ਨੋਇਜ਼ ਆ ਰਹੀ ਹੈ ਕੋਈ ਹੋਰ ਥਰਡ ਪਰਸਨ ਬੋਲ ਰਿਹਾ ਤਾਂ ਉਹਦੇ 'ਚ ਆਪਾਂ ਕੀ ਆ ਬੈਕਗ੍ਰਾਉਂਡ ਸਪੇਸ ਤੇ ਕਲਿੱਕ ਕਰਾਂਗੇ ਕਿ ਪਿੱਛੇ ਵੀ ਕੋਈ ਬੋਲ ਰਿਹਾ ਵਾ ਨਾਲ ਮੇਨ ਸਪੀਕਰ ਦੀ ਵੌਇਸ ਕਲੀਅਰਲੀ ਆਪਾਂ ਨੂੰ ਸੁਣ ਰਹੀ ਹੈ ਉਹ ਆਪਾਂ ਟਾਈਪ ਕਰ ਦਾਂਗੇ ਤੇ ਨਾਲ ਇਹ ਟੈਗ ਲਗਾ ਦਾਂਗੇ। ਉਸ ਤੋਂ ਬਾਅਦ ਨੋ ਸਪੀਚ ਟੈਗ ਆਪਾਂ ਨਹੀਂ ਯੂਜ਼ ਕਰਨਾ। ਜਿੱਥੇ ਥੋੜੇ ਜਿਹੇ ਵੀ ਭਾਵੇਂ ਬਿਲਕੁਲ 0.001 ਸੈਕਿੰਡ ਦੀ ਵੀ ਲਾਫ ਹੋਊਗੀ ਤਾਂ ਵੀ ਆਪਾਂ ਕੀ ਆ ਲਾਫ ਟੈਗ ਯੂਜ਼ ਕਰਾਂਗੇ। ਸੇਮ ਫॉर अदर ਟੈਗਸ ਕਰਾਈ ਮਿਊਜ਼ਿਕ ਥੋੜਾ ਜਿਹਾ ਵੀ ਮਿਊਜ਼ਿਕ ਆਇਆ ਥੋੜੀ ਜੀ ਕੋਈ ਨੋਇਜ਼ ਆ ਗਈ ਜਾਂ ਕੋਈ ਰੋ ਰਿਹਾ ਵਾ ਤਾਂ ਕਰਾਈ ਜਾਂ ਕੋਈ ਤਾੜੀਆਂ ਮਾਰਨ ਦੀ ਅਪਲੋਜ਼ ਦੀ ਆਵਾਜ਼ ਆਈ ਤਾਂ ਉਦੋਂ ਆਪਾਂ ਇਹ ਟੈਗਸ ਲਗਾ ਦਿੰਦੇ। ਠੀਕ ਹੈ। ਫਿਰ ਆਂਦੀ ਹੈ ਡਬਲ ਬ੍ਰੈਕਟਸ ਜਿਹਨੂੰ ਆਪਾਂ ਡਬਲ ਪੈਰੇਂਥੇਸਿਸ ਵੀ ਕਹਿ ਦਿੰਦੇ ਆ। ਇਹ ਆਪਾਂ ਕਦੋਂ ਲਗਾਣੀ ਹੈ ਜਦੋਂ ਜਿਵੇਂ ਮੈਂ ਕੁਝ ਬੋਲ ਰਹੀ ਹਾਂ ਇਸ ਦਾ ਨਾਮ ਇਹ ਹੈ। ਠੀਕ ਹੈ। ਉਹ ਜਿਹੜਾ ਨਾਮ ਆ ਉਹ ਆਪਾਂ ਨੂੰ ਸਮਝ ਨਹੀਂ ਆਇਆ ਤਾਂ ਆਪਾਂ ਕੀ ਲਿਖਾਂਗੇ ਇਸ ਦਾ ਨਾਮ। ਅੱਗੇ ਆਪਾਂ ਨੂੰ ਉਹ ਸਮਝ ਨਹੀਂ ਆਇਆ ਉਹਨਾਂ ਨੇ ਕੀ ਬੋਲਿਆ ਉਹਦੀ ਜਗ੍ਹਾ ਆਪਾਂ ਕੀ ਲਗਾਤਾ ਡਬਲ ਪੈਰੇਂਥੇਸਿਸ। ਇਹ ਸਿਰਫ ਪੂਰੇ ਸੈਂਟੈਂਸ ਲਈ ਨਹੀਂ ਯੂਜ਼ ਕਰਨਾ ਜਿੰਨਾ ਤੁਹਾਨੂੰ ਕਲੀਅਰਲੀ ਸੁਣ ਰਿਹਾ ਉਹ ਤੁਸੀਂ ਟਾਈਪ ਕਰਨਾ ਹੈ। ਜਿਹੜਾ ਵਰਡ ਨਹੀਂ ਸੁਣਿਆ ਉਸ ਵਰਡ ਦੀ ਜਗ੍ਹਾ ਤੇ ਆਪਾਂ ਡਬਲ ਬ੍ਰੈਕਟ ਲਗਾ ਦਿੰਦੇ ਹਾਂ। ਠੀਕ ਹੈ। ਉਸ ਤੋਂ ਬਾਅਦ ਕੋਈ ਨॉन ਹਿਊਮਨ ਵੋਕਲ ਆ ਗਈ ਜਿਵੇਂ ਕਿਸੇ ਪੈਟ ਦੀ ਆਵਾਜ਼ ਆ ਗਈ ਤਾਂ ਆਪਾਂ ਆਹ ਵਾਲਾ ਟੈਗ ਲਗਾ ਦਾਂਗੇ। ਫਿਰ ਆ ਜਾਂਦਾ ਸਾਇਲੈਂਸ ਦਾ ਟੈਗ। ਸਾਇਲੈਂਸ ਦਾ ਟੈਗ ਕਦੋਂ ਲੱਗੂਗਾ ਜਦੋਂ ਵਿਚਕਾਰ 1 ਸੈਕਿੰਡ ਤੋਂ ਵੱਧ ਦੀ ਸਾਇਲੈਂਸ ਹੋਏ। ਹੁਣ ਜਿਵੇਂ ਫੋਰ ਐਗਜ਼ਾਮਪਲ ਜੇ ਆਪਾਂ ਇਹਦੇ ਚ ਗੱਲ ਕਰੀਏ ਤਾਂ ਇੱਥੇ ਜਿੱਥੇ ਬਿਲਕੁਲ ਪਲੇਨ ਲਾਈਨ ਹੋਣੀ ਚਾਹੀਦੀ ਹੈ ਥੋੜੀ ਜਿਹੀ ਵੀ ਕੁਝ ਹੋਰ ਨਾ ਹੋਵੇ ਜਿਵੇਂ ਇੱਥੇ ਪਲੇਨ ਲਾਈਨ 11.072 ਤੋਂ 12.272 ਤੱਕ ਹੈ। ਠੀਕ ਹੈ। ਮਤਲਬ ਕੀ ਹੈ 1 ਸੈਕਿੰਡ ਤੋਂ ਵੱਧ ਤਾਂ ਇੱਥੇ ਕੀ ਲੱਗੂਗਾ ਸਾਇਲੈਂਸ ਦਾ ਟੈਗ।
ਹੁਣ ਇੱਥੇ ਤੱਕ ਕਿਹੜੀ ਲਾਈਨ ਫਿਨਿਸ਼ ਹੋਈ ਹੈ? ਕੁੱਟ ਦਿੱਤਾ। ਠੀਕ ਹੈ, ਤਾਂ ਕੁੱਟ ਦਿੱਤਾ ਤੋਂ ਬਾਅਦ ਇੱਥੇ ਹੁਣ ਕਿਹੜਾ ਟੈਗ ਲੱਗੂਗਾ? ਪਹਿਲਾਂ ਸਾਇਲੈਂਸ ਦਾ, ਵੀ ਉੱਥੇ ਕੀ ਹੈ ਪਹਿਲਾਂ ਸਾਇਲੈਂਸ। ਉਸ ਤੋਂ ਬਾਅਦ ਆਪਾਂ ਨੂੰ ਸਮਝ ਨਹੀਂ ਆਇਆ ਤਾਂ ਆਪਾਂ ਉਹ ਲਗਾਇਆ, ਫਿਰ ਦੋਨੋਂ ਜਾਣੇ ਇਕੱਠੇ ਬੋਲ ਪਏ, ਉੱਥੇ ਓਵਰਲੈਪ ਆ ਗਿਆ, ਤੇ ਉਸ ਤੋਂ ਬਾਅਦ ਬਾਕੀ ਦੀ ਸਪੀਚ ਆਏਗੀ। ਹੁਣ ਓਵਰਲੈਪ ਟੈਗ ਮੈਂ ਇੱਥੇ ਦੱਸਦੀ ਹਾਂ। ਹੁਣ ਇਹ 'ਚ ਜਿਵੇਂ ਦੋਨੋਂ ਇਕੱਠੇ ਇੱਕੋ ਟਾਈਮ ਤੇ ਬੋਲ ਪਏ, ਉਹਦੇ 'ਚ ਕੀ ਆਪਾਂ ਓਵਰਲੈਪ ਲਗਾਉਂਦੇ ਆ। ਓਵਰਲੈਪ ਦਾ ਟੈਗ ਕਦੋਂ ਲੱਗੂਗਾ? ਜਦੋਂ ਦੋਨੋਂ ਇੱਕੋ ਟਾਈਮ ਤੇ ਇਕੱਠੇ ਬੋਲ ਪਏ, ਦੂਸਰੇ ਸਪੀਕਰ ਦੇ ਵੀ ਵਿੱਚੇ ਨਾਲ ਹੀ ਵੌਇਸ ਆ ਗਈ। ਜੇ ਤਾਂ ਅਲੱਗ ਤੋਂ ਵੌਇਸ ਆ ਰਹੀ ਹੈ ਉਹਨਾਂ ਦੀ, ਵਿਚਕਾਰ ਫਸਟ ਸਪੀਕਰ ਨਹੀਂ ਬੋਲ ਰਿਹਾ, ਤਾਂ ਉਹਨੂੰ ਆਪਾਂ ਸਪਲਿਟ ਕਰਕੇ ਅਲੱਗ ਕਰ ਦਾਂਗੇ। ਪਰ ਜੇ ਇੱਕੋ ਟਾਈਮ ਤੇ ਬੋਲ ਰਹੇ ਨੇ ਦੋਨੋਂ ਇਕੱਠੇ, ਤਾਂ ਓਵਰਲੈਪ ਦਾ ਟੈਗ ਲੱਗਦਾ। ਠੀਕ ਹੈ, ਬਾਕੀ ਫਿਰ ਜੋ ਵੀ ਆਪਾਂ ਸੁਣ ਰਹੇ ਹਾਂ ਉਹ ਆਪਾਂ ਲਿਖ ਦਾਂਗੇ। ਤੇ ਜੇ ਤੁਸੀਂ ਸਿੱਧਾ ਹੀ ਐਂਟਰ ਦਬ ਦੋਗੇ ਜਾਂ ਸਪੇਸ ਦਬੋਗੇ, ਤਾਂ ਫਸਟ ਜਿਹੜਾ ਵਰਡ ਹੁੰਦਾ ਉਹ ਚੱਕਦਾ ਹੈ ਗੂਗਲ। ਠੀਕ ਹੈ, ਪਰ ਜੇ ਫਸਟ ਲੈਟਰ ਨਹੀਂ ਸਹੀ, ਉਹਦੀ ਜਗ੍ਹਾ ਆਪਾਂ ਕੋਈ ਹੋਰ ਵਾਲਾ ਵਰਡ ਜਿਹੜਾ ਸਹੀ ਹੈ ਉਹ ਸੁਣਨਾ ਵਾ, ਤਾਂ ਆਪਾਂ ਨੂੰ ਇੱਥੇ ਕਲਿੱਕ ਕਰਕੇ ਆਪਾਂ ਉਹ ਵਰਡ ਲੈ ਸਕਦੇ। ਠੀਕ ਹੈ, ਤੇ ਜਦੋਂ ਤੁਸੀਂ ਏਦਾਂ ਹੀ ਫੁੱਲ ਸਟਾਪ ਦੱਬੋਗੇ ਫਿਰ ਨਹੀਂ ਕਰਨਾ ਆਏਗਾ। ਸਪੇਸ ਦੱਬ ਕੇ ਜਦੋਂ ਫੁੱਲ ਸਟਾਪ ਦੱਬੋਗੇ ਫਿਰ ਤੁਹਾਡਾ ਕੰਨਾ ਆ ਜਾਏਗਾ। ਪਰ ਸਿਰਫ ਕੰਨੇ ਦੇ ਕੰਨਾ ਜਦੋਂ ਪਾਣਾ ਉਦੋਂ ਹੀ ਆਪਾਂ ਸਪੇਸ ਪਾਣੀ ਹੈ, ਤੇ ਫੁੱਲ ਸਟਾਪ ਦਬਣਾ, ਉਦੋਂ ਕੰਨਾ ਆ ਜਾਊਗਾ। ਪਰ ਬਾਕੀ ਜਿਵੇਂ ਆਪਾਂ ਕੋਮਾ ਲਗਾਣਾ ਉਹ ਸਿੱਧਾ ਹੀ ਆ ਜਾਏਗਾ, ਕੁਐਸਚਨ ਮਾਰਕ ਨਾਲ ਹੀ ਆਏਗਾ, ਕੋਈ ਸਪੇਸ ਨਹੀਂ ਦੇਣੀ। ਪਰ ਬਸ ਜਦੋਂ ਕੰਨਾ ਲਗਾਣਾ ਉਹ ਇਨਪੁਟ ਟੂਲਸ ਦਾ ਹੀ ਏਦਾਂ ਵਾ ਕਿ ਆਪਾਂ ਸਪੇਸ ਦਾ ਕੇ ਜਦੋਂ ਫੁੱਲ ਸਟਾਪ ਦੱਬਾਂਗੇ ਤਾਂ ਕੰਨਾ ਆ ਜਾਏਗਾ। ਠੀਕ ਹੈ, ਫਿਰ ਆਪਾਂ ਇਸ ਤੋਂ ਬਾਅਦ ਹੁਣ ਨੈਕਸਟ ਰੋ ਤੇ ਜਾਣਾ ਵਾ, ਤਾਂ ਸ਼ਿਫਟ ਦੇ ਨਾਲ ਡਾਊਨ ਐਰੋ ਦਬਾਂਗੇ, ਇਹ ਆਪਾਂ ਆ ਗਏ ਨੈਕਸਟ ਸੈਗਮੈਂਟ ਦੇ ਵਿੱਚ। ਫਿਰ ਸ਼ਿਫਟ ਪਲੱਸ F2 ਨਾਲ ਪਲੇ ਕਰਾਂਗੇ, ਫਿਰ ਜੋ ਉਹਨਾਂ ਨੇ ਬੋਲਿਆ ਉਹ ਆਪਾਂ ਲਿਖ ਦੇਣਾ। ਠੀਕ ਹੈ, ਏਦਾਂ ਹੀ ਤੁਸੀਂ ਇਹ ਪੂਰੀ ਫਾਈਲ ਕਰਨੀ ਹੈ। ਹੁਣ 1 ਪ੍ਰੈਸ ਕਰਕੇ ਤਾਂ ਮੈਂ ਦੱਸਤੇ ਸਾਰੇ ਟੈਗਸ, ਬੈਬਲ ਯੂਜ਼ ਨਹੀਂ ਹੋਣਾ, ਇਗਨੋਰ ਦੈਟ। ਉਸ ਤੋਂ ਬਾਅਦ ਜਦੋਂ ਆਪਾਂ 2 ਪ੍ਰੈਸ ਕਰਦੇ ਹਾਂ, ਫਿਰ ਆਉਂਦੇ ਨੇ ਫਿਲਰ ਵਰਡਸ। ਫਿਲਰ ਵਰਡਸ ਕੀ ਹੁੰਦੇ ਨੇ? ਹੁਣ ਜਿਵੇਂ ਮੈਂ ਗੱਲ ਕਰ ਰਹੀ ਹਾਂ, ਗੱਲ ਕਰਦੇ ਕਰਦੇ ਵਿੱਚ ਮੈਂ ਕੰਫਿਊਜ਼ ਹੋ ਗਈ, ਤਾਂ ਆਪਾਂ ਕਈ ਜਣੇ ਵਿੱਚ ਕੀ ਅਟਕ ਅਟਕ ਕੇ ਬੋਲਦੇ, ਫਿਰ ਉਹ ਕੀ ਕਰਦੇ ਨੇ, ਯੂਜ਼ ਕਰਦੇ ਨੇ ਆਪਾਂ ਏਦਾਂ ਬੋਲ ਪੈਂਦੇ ਆ। ਜਦੋਂ ਸਪੀਕਰ ਇਹ ਚੀਜ਼ਾਂ ਬੋਲ ਰਿਹਾ ਹਮ ਅਮ ਉਦੋਂ ਆਪਾਂ ਫਿਲਰ ਵਰਡ ਯੂਜ਼ ਕਰਨਾ, ਤੇ ਆਪਾਂ ਖੁਦ ਨਹੀਂ ਟਾਈਪ ਕਰਨਾ। 2 ਪ੍ਰੈਸ ਕਰਕੇ ਜੋ ਵੀ ਸਾਊਂਡ ਆਪਾਂ ਨੂੰ ਮੈਚ ਕਰਦੀ ਲੱਗਦੀ ਆ ਉਹ ਤੇ ਆਪਾਂ ਕਲਿੱਕ ਕਰ ਦੇਣਾ। ਸੋ ਸੈਕਿੰਡ 2 ਨੰਬਰ ਪ੍ਰੈਸ ਕਰਕੇ ਕੀ ਆਣਗੇ? ਫਿਲਰ ਵਰਡਸ। ਤੇ ਜਦੋਂ ਆਪਾਂ 1 ਪ੍ਰੈਸ ਕਰਾਂਗੇ ਉਦੋਂ ਕੀ ਆਣਗੇ? ਟੈਗਸ, ਜਿਹੜੇ ਛੋਟੇ ਮੋਟੇ ਟੈਗਸ ਨੇ। ਫਿਰ ਇੱਕ ਆਂਦਾ ਹੈ 3 ਪ੍ਰੈਸ ਕਰਕੇ, ਇਨੀਸ਼ੀਅਲ, ਫੋਰਨ ਟੈਗ ਤੇ ਪ੍ਰੋਫੈਨਿਟੀ ਵਰਡ। ਜਦੋਂ ਫੋਰਨ ਟੈਗ ਆਪਾਂ ਇਹਦੇ ਚ ਫੋਰਨ ਟੈਗ ਯੂਜ਼ ਹੋਏਗਾ ਮੇਨ ਤੁਹਾਡਾ, ਜਦੋਂ ਵੀ ਕੋਈ ਇੰਗਲਿਸ਼ ਦਾ ਵਰਡ ਆ ਗਿਆ, ਜਿਵੇਂ ਹੁਣ ਇਸਨੇ ਮੈਨੂੰ 2 ਵਜੇ ਦਾ ਟਾਈਮ ਦਿੱਤਾ ਸੀ। ਠੀਕ ਹੈ, ਬਾਕੀ ਸਾਰਾ ਪੰਜਾਬੀ ਚ ਆਏਗਾ। ਹੁਣ ਟਾਈਮ ਪੰਜਾਬੀ ਚ ਵੀ ਆਪਾਂ ਟਾਈਮ ਕਹਿੰਦੇ ਆ, ਇੰਗਲਿਸ਼ ਚ ਵੀ ਟਾਈਮ ਕਹਿੰਦੇ ਆ। ਪੰਜਾਬੀ ਚ ਆਪਾਂ ਸਮਾਂ ਕਹਿੰਦੇ ਆ, ਇੰਗਲਿਸ਼ ਚ ਟਾਈਮ ਕਹਿੰਦੇ ਆ। ਸੋ 3 ਪ੍ਰੈਸ ਕਰਕੇ ਉਸ ਜਗ੍ਹਾ ਤੇ ਫੋਰਨ ਟੈਗ ਲਗਾਵਾਂਗੇ। ਮੈਂ ਪੂਰਾ ਹੀ ਲਿਖ ਕੇ ਦਿਖਾ ਦਿੰਦੀ ਹਾਂ ਤੁਹਾਨੂੰ। ਇਸਨੇ ਮੈਨੂੰ 2 ਵਜੇ ਦਾ, ਹੁਣ ਟਾਈਮ ਲਈ ਟਾਈਮ ਇੰਗਲਿਸ਼ ਵਰਡ ਆ ਗਿਆ ਨਾ, ਹੁਣ ਇੱਥੇ ਕੀ ਆਪਾਂ 3 ਪ੍ਰੈਸ ਕਰਾਂਗੇ, ਫੋਰਨ ਟੈਗ ਲਗਾਵਾਂਗੇ। ਇਹਦੇ ਚ ਆਪਾਂ ਫੋਰਨ ਟੈਗ ਦੇ ਸੈਂਟਰ ਦੇ ਵਿੱਚ ਕਲਿੱਕ ਕਰਾਂਗੇ, ਉੱਥੇ ਆਪਾਂ ਲਿਖਾਂਗੇ ਟਾਈਮ। ਟਾਈਮ ਲਿਖ ਕੇ ਹੁਣ ਆਪਾਂ ਨੂੰ ਇੰਗਲਿਸ਼ ਚ ਲਿਖਣਾ ਵਾ, ਇੰਗਲਿਸ਼ ਵਰਡ ਸਾਰੇ ਇੰਗਲਿਸ਼ ਚ ਆਣਗੇ। ਜੇ ਕਿਸੇ ਦਾ ਨਾਮ ਪ੍ਰੋਪਰ ਨਾउन ਨੇ, ਕਿਸੇ ਦਾ ਨਾਮ, ਕੋਈ ਬ੍ਰਾਂਡ ਦਾ ਨਾਮ, ਕੋਈ ਸੀਰੀਅਲ ਦਾ ਨਾਮ, ਉਹ ਪੰਜਾਬੀ ਚ ਆਏਗਾ। ਪਰ ਜੇ ਆਪਾਂ ਸੀਰੀਅਲ ਬੋਲ ਰਹੇ ਹਾਂ, ਸੀਰੀਅਲ ਕੀ ਹੈ? ਕਾਮਨ ਨਾउन, ਉਹ ਇੰਗਲਿਸ਼ ਚ ਆਏਗਾ। ਉਦਾਂ ਹੀ ਟਾਈਮ ਕੀ ਆ? ਕਾਮਨ ਨਾउन ਆ, ਇੰਗਲਿਸ਼ ਚ ਆਏਗਾ। ਹੁਣ ਇੱਥੇ ਟਾਈਮ ਕਿਹੜੇ ਨੰਬਰ ਤੇ ਸਹੀ ਆ ਰਿਹਾ, ਜਿਹੜਾ ਆਪਾਂ ਨੂੰ ਚਾਹੀਦਾ 6 ਤੇ, ਤਾਂ ਆਪਾਂ 6 ਦਬ ਦਾਂਗੇ, ਟਾਈਮ ਆ ਗਿਆ। ਠੀਕ ਹੈ, ਟਾਈਮ ਤੋਂ ਬਾਅਦ ਟੈਗ ਤੋਂ ਬਾਅਦ ਸਪੇਸ, ਫਿਰ ਲਿਖਣਾ ਦਿੱਤਾ ਸੀ, ਸਪੇਸ ਦੇ ਕੇ ਫੁੱਲ ਸਟਾਪ ਦਬਾਂਗੇ ਤਾਂ ਕਰਨਾ ਆ ਗਿਆ। ਠੀਕ ਹੈ, ਸੋ ਜਿੱਥੇ ਇੰਗਲਿਸ਼ ਵਰਡ ਆਣਗੇ ਏਦਾਂ ਆਪਾਂ ਸੈਂਟੈਂਸ ਲਿਖਣਾ ਵਾ, ਫੋਰਨ ਟੈਗ ਲੱਗੇਗਾ ਵਿੱਚ। ਹੁਣ ਜੇ ਇਹ 'ਚ ਨਾਲ ਆ ਗਿਆ ਟਾਈਮ ਟੀਵੀ ਤੇ ਦਿੱਤਾ ਸੀ, ਕਹੀਏ ਜੇ ਆਪਾਂ ਟੀਵੀ, ਹੁਣ ਟੀਵੀ ਵਰਡ ਕੀ ਆ? ਟੈਲੀਵਿਜ਼ਨ ਦੀ ਸ਼ਾਰਟ ਫਾਰਮ ਆ।
ਸੋ ਜਿਹੜੇ ਵਰਡ ਦੀ ਸ਼ਾਰਟ ਫਾਰਮ ਹੋਵੇ ਤੇ ਉਹਨਾਂ ਨੂੰ ਅਲੱਗ-ਅਲੱਗ ਬੋਲਿਆ ਹੋਵੇ, ਟੀ ਵੀ ਅਲੱਗ-ਅਲੱਗ ਬੋਲੇ ਨਾ, ਟੀ ਅਲੱਗ ਬੋਲੇ, ਵੀ ਅਲੱਗ, ਉਹਦੇ ਲਈ ਆਪਾਂ ਕੀ ਲਗਾਉਂਦੇ ਆ, ਇਨੀਸ਼ੀਅਲ ਟੈਗ। ਤੇ ਟੀਵੀ ਹੈ ਵੀ ਕੀ ਹੈ, ਇੰਗਲਿਸ਼ ਵਰਡ, ਤਾਂ ਫੋਰਨ ਟੈਗ ਦੇ ਅੰਦਰ ਹੀ ਲੱਗਦਾ ਹੈ। ਪਹਿਲਾਂ ਫੋਰਨ ਟੈਗ ਲਗਾਉਂਦੇ ਆਪਾਂ। ਜੇ ਆਪਾਂ ਟਾਈਮ ਨਹੀਂ ਵੀ ਹੁੰਦਾ, ਕੱਲਾ ਟੀਵੀ ਵੀ ਹੋਊਗਾ ਤਾਂ ਫੋਰਨ ਟੈਗ ਲੱਗੇਗਾ ਪਹਿਲਾਂ, ਫਿਰ ਆਪਾਂ 3 ਪ੍ਰੈਸ ਕਰਾਂਗੇ, ਫਿਰ ਆਪਾਂ ਇਨੀਸ਼ੀਅਲ ਤੇ ਕਲਿੱਕ ਕਰਾਂਗੇ, ਫਿਰ ਇਨੀਸ਼ੀਅਲ ਦੇ ਸੈਂਟਰ 'ਚ ਆਪਾਂ ਟੀਵੀ ਲਿਖਾਂਗੇ। ਏਦਾਂ ਲਿਖਣਾ ਹੈ। ਜੇ ਟੀਵੀ ਆ ਗਿਆ, ਜੇ ਪੈਨ ਬੋਲੂਗਾ ਤਾਂ ਪੈਨ ਆਪਾਂ ਸਿਰਫ ਇੰਗਲਿਸ਼ 'ਚ ਲਿਖਾਂਗੇ, ਇਨੀਸ਼ੀਅਲ 'ਚ ਨਹੀਂ ਲਿਖਾਂਗੇ ਕਿ ਐਜ਼ ਅ ਵਰਡ ਬੋਲੇ। ਉਹੀ ਜੇ PAN ਬੋਲਿਆ ਹੋਊਗਾ ਤਾਂ ਉਹ ਕਿੱਥੇ ਆਏਗਾ, ਇਹਦੇ ਵਿੱਚ ਆਏਗਾ। ਤੇ ਇੰਗਲਿਸ਼ ਵਰਡਸ ਕੱਲੇ ਫੋਰਨ ਚ ਆਣਗੇ, ਇਨੀਸ਼ੀਅਲ ਸਿਰਫ ਫੁੱਲ ਫਾਰਮ ਵਾਲੇ ਵਰਡਸ ਲਈ ਲੱਗੇਗਾ। ਉਸ ਤੋਂ ਬਾਅਦ ਹਾਂ, तो रूल ਸਾਰੇ ਤੁਹਾਨੂੰ ਦੱਸਦੇ ਨੇ। ਹਰੇਕ ਸੈਗਮੈਂਟ ਦਾ ਐਂਡ ਪੰਕਚੁਏਸ਼ਨ ਨਾਲ ਹੋਣਾ ਚਾਹੀਦਾ ਹੈ, ਫੁੱਲ ਸਟਾਪ, ਕੋਮਾ, ਕੁਐਸਚਨ ਮਾਰਕ, ਕੁਝ ਵੀ ਹਰੇਕ ਸੈਗਮੈਂਟ ਦੇ ਪਿੱਛੇ ਲੱਗਾ ਹੋਣਾ ਚਾਹੀਦਾ। ਇਦਾਂ ਹੀ ਤੁਸੀਂ ਸਾਰੀ ਫਾਈਲ ਕੰਪਲੀਟ ਕਰਨੀ ਹੈ। ਤੇ ਜੇ ਵਿੱਚ ਕਿਤੇ ਆ ਰਿਹਾ ਵਾ ਕਿ ਅਲੱਗ-ਅਲੱਗ ਬੋਲ ਰਹੇ ਨੇ ਦੋਨੋਂ ਸਪੀਕਰ, ਪਰ ਸੈਗਮੈਂਟ ਇੱਕ 'ਚ ਹੀ ਆ ਰਿਹਾ ਦੋਨਾਂ ਦਾ, ਉਹਦੇ 'ਚ ਉਹਨਾਂ ਨੂੰ ਤੁਹਾਨੂੰ ਕੀ ਕਰਨਾ ਪਏਗਾ, ਸਪਲਿਟ ਕਰਨਾ ਪਏਗਾ ਸ਼ਿਫਟ ਤੇ ਐਂਟਰ ਨਾਲ। ਉਹ ਅਲੱਗ ਸੈਗਮੈਂਟੇਸ਼ਨ ਦੀ ਵੀਡੀਓ ਬਣੀ ਹੋਈ ਹੈ, ਉਹ ਸੁਣ ਸਕਦੇ ਹੋ ਤੁਸੀਂ। ਕਿ ਜੇ ਵਿਚਕਾਰ ਕਿਤੇ ਇਦਾਂ ਦਾ ਕੇਸ ਆਂਦਾ ਵਾ ਤਾਂ ਆਪਾਂ ਕੀ ਆ, ਸ਼ਿਫਟ ਦੇ ਨਾਲ F2 ਦਬ ਕੇ, ਸਮਝੋ ਇੱਥੇ ਆਪਾਂ ਅਲੱਗ ਕਰਨਾ ਸੀ ਤਾਂ ਆਪਾਂ ਸ਼ਿਫਟ ਨਾਲ ਉੱਥੇ ਐਂਟਰ ਦਬ ਕੇ ਨਵੀਂ ਸੈਗਮੈਂਟ ਬਣਾ ਦਾਂਗੇ ਜਿੱਥੇ ਲੋਡ ਹੋਊਗੀ। ਇੱਕ ਤੁਸੀਂ ਧਿਆਨ ਰੱਖਣਾ ਇੱਥੇ ਟਾਈਮਿੰਗਸ ਦਾ ਸਹੀ ਹੋਵੇ, ਜ਼ਿਆਦਾ ਡਿਫਰੈਂਸ ਨਾ ਹੋਵੇ। ਜਿਵੇਂ 46 ਤੋਂ 48 ਆ, ਦੈਟਸ ਫਾਈਨ, ਬਟ ਜੇ 46 ਤੋਂ ਬਾਅਦ ਸਿੱਧਾ 55 ਆ ਗਿਆ, ਮਤਲਬ ਕਿ ਇਹ ਵਿਚਕਾਰ ਜਿਹੜੀ ਸਪੀਚ ਆ ਉਹ ਕਵਰ ਨਹੀਂ ਹੋਈ ਹੋਈ, ਉਹ ਆਪਾਂ ਖੁਦ ਕਵਰ ਕਰਨੀ ਹੁੰਦੀ ਆ। ਕੋਈ ਵੀ ਇਦਾਂ ਦਾ ਕੇਸ ਆਇਆ ਤਾਂ ਤੁਸੀਂ ਮੈਨੂੰ ਇਨਫੋਰਮ ਕਰ ਦਿਓ ਬਸ। ਫਿਲਹਾਲ ਤੁਹਾਡੇ ਲਈ ਇਹੀ ਹੈ। ਜਿਵੇਂ ਇੱਥੇ ਦੇਖੀਏ ਆਪਾਂ, ਹੁਣ ਇੱਥੇ 91 ਤੋਂ ਬਾਅਦ 95 ਹੈ, ਬਟ ਆਪਾਂ ਦੇਖ ਸਕਦੇ ਹਾਂ ਕਿ ਵਿਚਕਾਰ ਬਿਲਕੁਲ ਬਲੈਂਕ ਸਪੇਸ ਹੀ ਹੈ। ਇਹ 95 ਸ਼ੁਰੂ ਹੋ ਰਿਹਾ ਇੱਥੋਂ ਦੀ, ਸਪੀਚ ਤਾਂ ਕਵਰ ਹੋ ਰਹੀ ਹੈ ਹਨਾ, ਵਿਚਕਾਰ ਜਿਹੜੀ ਹੈ ਬਲੈਂਕ ਸਪੇਸ ਸੀ, ਸੋ ਦੈਟਸ ਫਾਈਨ। ਏਦਾਂ ਆਪਾਂ ਬਲੈਂਕ ਦੇਖ ਸਕਦੇ ਹਾਂ, ਪਰ ਜੇ ਵਿਚਕਾਰ ਕਿਤੇ ਸਪੀਚ ਹੈ ਪਰ ਉਹ ਕਵਰ ਨਹੀਂ ਹੋਈ, ਉਹ ਤੁਸੀਂ ਮੈਨੂੰ ਇਨਫੋਰਮ ਕਰ ਦਿਓ। ਹੁਣ ਜੇ ਮੈਂ ਕਰੈਕਸ ਦੇ ਵਿੱਚ ਬੋਲਾਂ ਕੀ ਕੰਮ ਕਰਨਾ ਹੈ, ਲੌਗਇਨ ਕਰਕੇ ਸ਼ਿਫਟ ਤੇ F2 ਨਾਲ ਪਲੇ ਪੌਜ਼ ਕਰਕੇ ਸੁਣੀ ਜਾਣਾ ਤੇ ਟਾਈਪ ਕਰੀ ਜਾਣਾ ਪੰਜਾਬੀ ਚ। ਜਿਹੜੇ ਇੰਗਲਿਸ਼ ਵਰਡਸ ਆਣਗੇ ਵਿੱਚ ਉਹਨਾਂ ਨੂੰ 3 ਪ੍ਰੈਸ ਕਰਕੇ ਫੋਰਨ ਟੈਗ ਦੇ ਵਿੱਚ ਟਾਈਪ ਕਰ ਦੇਣਾ। ਠੀਕ ਹੈ, ਬਸ ਇਹ ਕੰਮ ਆ ਤੁਹਾਡਾ। ਤੇ ਹਰੇਕ ਸੈਗਮੈਂਟ ਦੇ ਐਂਡ ਵਿੱਚ ਪੰਕਚੁਏਸ਼ਨ ਹੋਣੀ ਚਾਹੀਦੀ ਹੈ। ਜਿੱਥੇ ਕੋਈ ਹਾਸਾ, ਖੁਸ਼ੀ ਜਾਂ ਰੋਣਾ, ਕੋਈ ਵੀ ਆਵਾਜ਼ ਆ ਰਹੀ ਹੈ ਤਾਂ ਉੱਥੇ ਵੀ ਟੈਗ ਲੱਗੇਗਾ। ਤੇ ਜੇ 1 ਸੈਕਿੰਡ ਤੋਂ ਵੱਧ ਕਿਤੇ ਪਲੇਨ ਲਾਈਨ ਹੈਗੀ ਹੈ ਵਿੱਚ ਤਾਂ ਉੱਥੇ ਸਾਇਲੈਂਸ ਦਾ ਟੈਗ ਲੱਗੇਗਾ। ਦੈਟਸ ਇਟ, ਇਹ ਕੰਮ ਹੁੰਦਾ ਹੈ। ਤੇ ਜਿਵੇਂ ਫਾਈਲ ਦੀ ਡਿਊਰੇਸ਼ਨ 609 ਸੈਕਿੰਡ ਹੈ, ਮਤਲਬ ਇਹ ਕਿੰਨੇ ਮਿੰਟ ਦੀ ਫਾਈਲ ਆ, 10 ਮਿੰਟ ਤੇ 9 ਸੈਕਿੰਡ ਦੀ। ਠੀਕ ਹੈ, ਮੈਂ ਆਪਾਂ ਬੈਕ ਕਰਦੇ ਹਾਂ। ਇੱਥੇ ਪਤਾ ਲੱਗ ਰਿਹਾ ਆਪਾਂ ਨੂੰ 10 ਮਿੰਟ ਤੇ 9 ਸੈਕਿੰਡ ਦੀ ਫਾਈਲ ਆ। ਤੇ ਰੇਟ ਕੀ ਆਪਣਾ 1200 ਰੁਪਏ ਘੰਟੇ ਦਾ ਰੇਟ ਆ, ਜਿੰਦੇ ਚ ਸੈਗਮੈਂਟੇਸ਼ਨ ਦਾ ਰੇਟ ਇਨਕਲੂਡ ਆ 200 ਪਰ ਆਰ। ਸੈਗਮੈਂਟੇਸ਼ਨ ਤੁਸੀਂ ਖੁਦ ਹੀ ਕਰਨੀ ਆ ਸਭ ਨੂੰ, ਉਹਦੇ ਲਈ ਕੋਈ ਅਲੱਗ ਕੰਮ ਨਹੀਂ ਹੋਏਗਾ। ਸਾਰੇ ਟ੍ਰਾਂਸਕ੍ਰਾਈਬਰਸ ਖੁਦ ਹੀ ਸੈਗਮੈਂਟੇਸ਼ਨ ਕਰਨਗੇ, ਕਿਉਂਕਿ ਵਿੱਚ ਵਿੱਚ ਇਸ਼ੂ ਆਊਗਾ, ਜ਼ਿਆਦਾਤਰ ਫਾਈਲਸ ਇਸ਼ੂ ਨਹੀਂ ਆ ਰਿਹਾ। ਉਹ 10 ਮਿੰਟ ਤੇ 9 ਸੈਕਿੰਡ ਦੀ ਫਾਈਲ ਹੈ। ਤੇ ਜਿਹੜਾ ਤੁਹਾਨੂੰ ਪੇ ਆਊਟ ਮਿਲਦਾ ਉਹ ਕਿਸ ਹਿਸਾਬ ਨਾਲ ਮਿਲਦਾ, ਘੰਟੇ ਦੇ ਹਿਸਾਬ ਨਾਲ। 1 ਘੰਟੇ ਦੀ ਆਡੀਓ ਤੁਹਾਨੂੰ 10 ਮਿੰਟ ਦੀ ਫਾਈਲ ਕਰਨ ਚ 3 ਘੰਟੇ ਲੱਗ ਸਕਦੇ ਨੇ। ਤੇ ਇਹਦਾ ਮਤਲਬ ਇਹ ਨਹੀਂ ਤੁਹਾਨੂੰ 1230 ਜਾਂ 3600 ਮਿਲ ਜੂਗਾ, ਨਹੀਂ। ਉਹਦੇ ਤੁਹਾਨੂੰ 10 ਮਿੰਟ ਦੇ ਹਿਸਾਬ ਨਾਲ ਹੀ ਮਿਲਣਗੇ। ਉਹ ਤੁਹਾਡੀ ਟਾਈਪਿੰਗ ਸਪੀਡ ਤੇ ਡਿਪੈਂਡ ਕਰਦਾ ਤੁਸੀਂ ਕੀ ਕਰ ਰਹੇ ਹੋ। ਪਰ ਜਿਹੜੀ ਪੇਮੈਂਟ ਹੋਊਗੀ ਉਹ ਆਡੀਓ ਫਾਈਲ ਦੇ ਅਕੋਰਡਿੰਗ ਹੋਊਗੀ। ਜਿਵੇਂ 10 ਮਿੰਟ ਦੀ ਫਾਈਲ ਹੈ ਤਾਂ 10 ਡਿਵਾਈਡ ਬਾਈ 60 ਇੰਟੂ 1200, ਮਤਲਬ 200 ਰੁਪਏ ਬਣੂਗੀ ਜਦੋਂ ਆਪਾਂ 10 ਮਿੰਟ ਕੰਪਲੀਟ ਕਰ ਲਾਂਗੇ। ਠੀਕ ਹੈ, ਸੋ ਪੇ ਆਊਟ ਇਸ ਤਰੀਕੇ ਨਾਲ ਹੈ।